Tariff terrorism. Baba Ramdev slams Donald Trump amid trade war fear. He is bullying the poor and developing nations by unleashing a new era of intellectual colonialism. Amid this, ever since Donald Trump rose to power, he created a new world record of tariff terrorism. Trump ने नवा रिकॉर्ड कायम कर दिता है टैरिफ दहशतगर्दी का. ही इज़ टेकिंग द वर्ल्ड टू ए डिफरेंट ईरा. इंडिया ਨੂੰ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਲੋੜ ਹੈ. ਸਾਰੇ ਭਾਰਤੀ ਇਕੱਠੇ ਹੋ ਕੇ ਇਕੱਠੇ ਹੋ ਜਾਣ, ਇੱਕ ਸਟਰੋਂਗ ਮੁਲਕ ਬਣਾਉਣ ਔਰ ਇਹ ਐਂਡ ਆਨਸਰ ਆਲ ਥੀਸ ਡਿਸਟਰਕਟਿਵ ਪਾਵਰਸ. ਇਹ ਜਿਹੜੀਆਂ ਵਿਨਾਸ਼ਕਾਰੀ ਤਾਕਤਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ. ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੇ ਬੁਲਾਰਿਆਂ ਮੋਦੀ ਅਤੇ ਅਜੇ ਸ਼ੰਕਰ ਸਮੇਤ ਸਾਰੇ ਭੌਂਕਿਆਂ ਨੇ ਟਰੰਪ ਦੇ ਖਿਲਾਫ ਮੂੰਹ ਸੀਤਾ ਹੋਇਆ ਹੈ, ਪਰ ਹੁਣ ਉਹਨਾਂ ਦਾ ਸ਼ਲਾਰੂ ਫਰੋਡੀਆ ਸੁੱਥਨ ਬਾਬਾ ਰਾਮਦੇਵ ਟਰੰਪ ਨੂੰ ਆਰਥਿਕ ਅੱਤਵਾਦ ਕਰਨ ਵਾਲਾ ਦੱਸ ਰਿਹਾ ਹੈ. ਔਰ ਯਾਦ ਰਹੇ ਟਰੰਪ ਦੇ ਜਿੱਤਣ ਤੋਂ ਬਾਅਦ ਰਾਮਦੇਵ ਨੇ ਕਿਹਾ ਸੀ ਕਿ ਟਰੰਪ ਸਨਾਤਨ ਸਮਰਥਕ ਹੈ ਅਤੇ ਉਸ ਦਾ ਬਣਨਾ ਭਾਰਤ ਲਈ ਵੀ ਸ਼ੁਭ ਸੰਕੇਤ ਹੈ. ਸੋ ਅਮਰੀਕਾ ਨੂੰ ਰਾਮਦੇਵ ਦੀਆਂ ਫਰੋਡ ਦਵਾਈਆਂ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾ ਦੇਣੀ ਚਾਹੀਦੀ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਹੈ ਤਾਂ ਇਹ ਇੱਕ ਕਿਸੇ ਪਿਟੇ ਸ਼ੇਰ ਦੀ ਲਾਈਨ ਹੀ ਹੈ ਕਿ ਜਬ ਦਿया रंज बुतों ने तो खुदा याद आया. ਜੀ ਪਹਿਲਾਂ ਸਮਝਦੇ ਸੀ ਕਿ ਵੀ ਬੁੱਤਾਂ ਚੋਂ ਹੀ ਸਭ ਕੁਝ ਨਿਕਲਦਾ ਹੈ, ਪਰ ਜਦੋਂ ਬੁੱਤਾਂ ਨੇ ਖਿੱਚ ਕੇ ਚਪੇੜ ਮਾਰੀ ਕਿ ਕਿੱਧਰ ਤੁਰਿਆ ਫਿਰਦਾ ਅਸਲੀ ਵਾਲਾ, ਤੇ ਉਦੋਂ ਫਿਰ ਖੁਦਾ ਯਾਦ ਆਇਆ. ਬਿਲਕੁਲ. ਹੁਣ ਜੇ ਤੁਸੀਂ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਦਾ ਹਿੰਦੂਤਵੀਆਂ ਦਾ ਸਫ਼ਰ ਦੇਖੋ, ਔਰ ਜ਼ਾਹਰ ਹੈ ਕਿ ਦੋ ਵੱਡੀਆਂ ਸਿਆਸੀ ਰੈਲੀਆਂ ਜਿਹੜੀਆਂ ਹਜ਼ਾਰਾਂ ਮੀਲ ਦੂਰ ਹੋਈਆਂ. ਅਹਿਮਦਾਬਾਦ ਦੇ ਵਿੱਚ ਮੋਦੀ ਨੇ, ਜਿੱਥੇ ਉਹਨੇ ਜਿਉਂਦੇ ਜੀ ਜਿਹੜਾ ਸਟੇਡੀਅਮ ਕਿਸੇ ਹੋਰ ਦੇ ਨਾਂ ਸੀ, ਜਿਉਂਦੇ ਜੀ ਆਪਣੇ ਨਾਂ ਕ੍ਰਿਕਟ ਸਟੇਡੀਅਮ ਕਰਾ ਲਿਆ, ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ. ਉੱਥੇ ਟਰੰਪ ਨੂੰ ਸੱਦ ਕੇ ਤੇ ਲੱਖਾਂ ਗੁਜਰਾਤੀ ਜਿਹੜੇ ਨੇ ਉਹ ਇਕੱਠੇ ਕਰਕੇ ਔਰ ਉਹਨੂੰ ਦੱਸਿਆ ਵੀ ਦੇਖ ਮੈਂ ਕਿੰਨਾ ਪੋਪੂਲਰ ਲੀਡਰ ਹੈ. ਫਿਰ ਟਰੰਪ ਨੂੰ ਇਹ ਦੱਸਣ ਦੇ ਲਈ ਕਿ ਵੀ ਭਾਵੇਂ ਤੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਪਰ ਤੇਰੇ ਅਮਰੀਕਾ 'ਚ ਵੀ ਮੈਂ ਕਿੰਨਾ ਪੋਪੂਲਰ ਹੈ. ਜਿਹੜੇ ਐਨ ਚਾਰਟਰਡ ਫਲਾਈਟਾਂ ਦੇ ਮੁਫਤ ਟਿਕਟਾਂ 'ਤੇ ਇੱਥੋਂ ਸਾਰੇ ਕਾਲੇ ਪੀਲੇ ਜਿੰਨੇ ਗੁਜਰਾਤੀ ਐਂਧਰਾਈਟ ਅਤੇ ਦੂਜੇ ਤੀਜੇ ਹਿਊਸਟਨ ਇਕੱਠੇ ਕਰਕੇ ਔਰ ਉਹਦਾ ਨਾਂ ਵੀ ਉਹਨਾਂ ਦੇ ਸਲੈਂਗ ਦੇ ਵਿੱਚ ਟੈਕਸਨ ਦੇ ਹਾਊਡੀ ਮੋਡੀ ਕਿ ਹਾਊ ਆਰ ਯੂ ਮੋਦੀ, ਇਹ ਹੈ ਉਹਦਾ. ਔਰ ਉਹਦੇ 'ਚ ਫਿਰ ਇਹ ਵੀ ਸ਼ਾਇਦ ਅਮਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਹੀ ਹੋਇਆ ਹੋਏਗਾ ਕਿ ਕਿਸੇ ਹੋਰ ਮੁਲਕ ਦੇ ਪ੍ਰੈਜ਼ੀਡੈਂਟ ਨੇ ਇਲੈਕਸ਼ਨ ਕੈਂਪੇਨ ਇੱਥੇ ਆ ਕੇ ਕੀਤਾ ਹੋਏ ਔਰ ਉਹਦੀ ਟਰੰਪ ਦੀ ਬਾਂਹ ਫੜ ਕੇ ਔਰ ਅਬ ਕੀ ਬਾਰ ਟਰੰਪ ਸਰਕਾਰ ਕਿ ਦੁਬਾਰਾ ਇਹ ਉਹਦੀ ਜਿਹੜੀ ਆ ਉਹ ਪਹਿਲੀ ਟਰਮ ਵੇਲੇ ਦੂਸਰਾ. ਫਿਰ ਅਸੀਂ ਇਹਨਾਂ ਦੀ ਯਾਰੀ ਵੀ ਔਰ ਇਹਨਾਂ ਦਾ ਭਗੌੜਾਪਨ ਗੱਦਾਰੀ ਵੀ ਦੂਸਰਾ ਸਬਬ ਵੀ ਦੇਖਿਆ. ਟਰੰਪ ਅਨਸੀਟ ਹੋਏ, ਦੂਜੀ ਟਰਮ ਜਿਹੜੀ ਹੈ ਉਹ ਡਿਫੀਟ ਹੋਇਆ. ਬਾਈਡਨ ਜਦੋਂ ਖਲੋਤਾ ਹੈ ਪਰ ਹੌਸਲੇ ਦੇ ਨਾਲ ਫਿਰ ਖੜਾ ਹੋਇਆ, ਚੈਲੰਜ ਕੀਤਾ. ਪਹਿਲੀ ਵੀ ਪਾਵਰ ਟ੍ਰਾਂਜੀਸ਼ਨ ਕੋਈ ਸੌਖੀ ਨਹੀਂ ਸੀ. ਕੈਪੀਟਲ ਹਿਲ ਦੇ ਉੱਤੇ ਰਾਈਟਿੰਗ ਹੋਈ, ਮਰੇ ਵੀ ਬੰਦੇ 1400 ਦੇ ਕਰੀਬ ਚਾਰਜ ਹੋਏ ਜਿਨ੍ਹਾਂ ਨੂੰ ਹੁਣ ਪਾਰਡਨ ਕਰ ਦਿੱਤਾ ਗਿਆ ਜੀ. ਔਰ ਉਹਨੇ ਇਹਦੇ ਬਾਵਜੂਦ ਕਿੰਨੇ ਮੁਕੱਦਮੇ ਬਣੇ, ਕਿੰਨੇ ਉਹਨੇ ਜਿਵੇਂ ਟਰੰਪ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੀ ਰਿਜ਼ੀਲੀਅੰਸ ਦੇ ਨਾਲ ਉਹਨੇ ਕੀਤਾ. ਆਮ ਆਦਮੀ ਤਾਂ ਉਵੇਂ ਟੁੱਟ ਜਾਂਦਾ, ਇੱਕ ਸਟੇਜ ਤੇ ਤਾਂ ਕਰਜ਼ਾਈ ਹੋਣ ਤੱਕ ਚਲਾ ਗਿਆ. ਬਿਲਕੁਲ. ਲੇਕਿਨ ਉਹਨੇ ਫਾਈਟ ਬੈਕ ਕੀਤਾ ਔਰ ਸ਼ਾਇਦ ਇਹ ਜਿਹੜੀ ਸਪਿਰਿਟ ਹੈ ਅਮਰੀਕਨਸ ਨੂੰ ਹਮੇਸ਼ਾ ਹੀ ਪਸੰਦ ਹੁੰਦੀ ਹੈ. ਇਸ ਲਈ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਵੀ ਨੇ ਜਾਂ ਦੂਸਰੀਆਂ ਵੀ ਨੇ ਉਹਨਾਂ ਨੂੰ ਵੀ ਇਗਨੋਰ ਕਰਕੇ ਵੱਡੀ ਗਿਣਤੀ 'ਚ ਅਮਰੀਕਨਾਂ ਨੇ ਔਰ ਈਵਨ ਜਦੋਂ ਉਹਦੇ 'ਤੇ ਅਟੈਕ ਵੀ ਹੋਇਆ ਆਪਣੀ, ਉਸਦੇ ਬਾਵਜੂਦ ਉੱਥੇ ਵੀ ਉਹਨੇ ਆਪਣਾ ਆਪ ਥੰਬਸ ਅਪ ਰੱਖ ਕੇ ਔਰ ਬਾਅਦ ਦੇ ਵਿੱਚ ਇਹ ਸ਼ਾਇਦ ਇਹ ਸਾਰੇ ਜਿਹੜੇ ਕਰੈਕਟਰਿਸਟਿਕਸ ਨੇ ਇਹ ਅਮਰੀਕਨਾਂ ਨੂੰ ਪਸੰਦ ਆਏ. ਔਰ ਜ਼ਾਹਰ ਹੈ ਵੀ ਪਹਿਲੀ ਵਾਰ ਹੈ ਕਿ ਇਹੀ ਨਹੀਂ ਵੀ ਉਹਨੇ ਇਲੈਕਟਰਲ ਵੋਟਸ ਮੈਜੋਰਿਟੀ ਜਿੱਤੀਆਂ, US ਕਾਂਗਰਸ ਵੀ ਸੈਨੇਟ ਵੀ ਸਾਰਾ ਹੀ ਸਵੀਪ ਕੀਤਾ ਔਰ ਜਿਹੜੀਆਂ ਸਵਿੰਗ ਸਟੇਟ 6-7 ਸੀ ਉਹਨਾਂ ਸਾਰਿਆਂ 'ਚ ਹੀ ਆਲਮੋਸਟ ਜਿਹੜੀ ਹੈ ਉਹ ਵਿਕਟਰੀ ਹਾਸਲ ਕੀਤੀ. ਸੋ
ਹੁਣ ਉਸ ਪੀਰੀਅਡ 'ਚ ਜਿਹੜਾ ਹੁਣ ਅੰਗਰੇਜ਼ੀ ਵਾਲਾ ਪਾਰਟ ਵੀ ਹੁੰਦਾ ਹੈ, ਇੱਕ ਬੜੀ ਪੋਪੂਲਰ ਅੰਗਰੇਜ਼ੀ ਦਾ ਅਖਾਣ ਹੈ ਕਿ ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨਡੀਡ। Indeed. ਇਹ ਅਸਲੀ ਦੋਸਤ ਉਹ ਹੀ ਹੈ ਜਿਹੜਾ ਲੋੜ ਵੇਲੇ ਕੰਮ ਆਏ। ਹੁਣ ਅਜੇ ਤਾਂ ਕੋਈ ਦੋਸਤੀ ਵਾਲੇ, ਇੱਕ ਪਾਸੇ ਤਾਂ ਅਬ ਕੀ ਬਾਰ ਟਰੰਪ ਸਰਕਾਰ ਤੇ ਮੋਦੀ ਦਾ ਯਾਰ ਟਰੰਪ ਤੇ ਹਿੰਦੂਤਵੀਆਂ ਨੇ ਹਵਨ ਕੀਤੇ, ਉਹਦੇ ਜਨਮ ਦਿਨ ਮਨਾਉਣ ਲਈ ਕੇਕ ਉਹਦੀ ਫੋਟੋ ਦੇ ਮੂੰਹ ਨੂੰ ਹੀ ਲਾਈ ਗਏ। ਹਿੰਦੂ ਫਾਊਂਡੇਸ਼ਨ ਨੇ ਨਿਊ ਜਰਸੀ ਇੱਥੇ ਮਿਲੀਅਨਸ ਇਕੱਠੇ ਕਰਕੇ ਟਰੰਪ ਨੂੰ ਦਿੱਤੇ ਸੀ। ਉਹਨਾਂ ਨੇ ਵੀ ਕਿਹਾ ਆਈ ਲਾਈਕ ਹਿੰਦੂ। ਲੇਕਿਨ ਅਚਾਨਕ ਜਦੋਂ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਹੁਣ ਕੋਈ ਚਾਂਸ ਨਹੀਂ ਹੈ ਔਰ ਬਾਈਡਨ ਦੁਬਾਰਾ ਖੜ ਰਿਹਾ ਔਰ ਮੋਦੀ ਇੱਥੇ ਆਇਆ ਪਿਛਲੇ ਵਰ੍ਹੇ ਦੇ ਵਿੱਚ 2024 ਚ ਜੂਨ ਦੇ ਮਹੀਨੇ, ਜਦੋਂ ਕਿ ਸਪਟੈਂਬਰ ਦੇ ਮਹੀਨੇ ਜਦੋਂ ਕਿ UN ਸੈਸ਼ਨ ਹੁੰਦਾ ਹੈ, ਤੇ ਟਰੰਪ ਨੇ ਬੜੇ ਮਾਣ ਨਾਲ ਟਵੀਟ ਵੀ ਕੀਤਾ ਕਿ ਮਾਈ ਫਰੈਂਡ ਮੋਦੀ ਇਜ਼ ਕਮਿੰਗ ਐਂਡ ਆਈ ਐਮ ਪਲੈਨਿੰਗ ਟੂ ਮੀਟ। ਪਰ ਇੱਥੇ ਮੋਦੀ ਜਨਾਬ ਨੇ ਕਿਹਾ ਜੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮਿਲਿਆ। ਹੁਣ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਵੀ ਟਰੰਪ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਹੈ, ਵੀ ਅਸੀਂ ਵੀ ਜਾਣਦੇ ਹਾਂ ਵੀ ਇਸ ਕਿਸਮ ਦੇ ਲੋਕਾਂ ਨਾਲ ਕਿਵੇਂ ਡੀਲ ਕਰਨਾ। ਸੋ ਉਹ ਕਹਾਣੀ ਅਸੀਂ ਕਈ ਵਾਰ ਸੁਣਾ ਚੁੱਕੇ ਹਾਂ। ਹੁਣ ਉਸ ਦੌਰ ਦੇ ਵਿੱਚ ਇਹਨਾਂ ਨੂੰ ਲੱਗਾ ਕਿ ਵੀ ਇਹ ਇੱਕ ਵਾਰ ਦੀ ਕੀਤੀ ਜਿਹੜੀ ਟਰੈਚਰੀ ਹੈ ਉਹ ਦੁਬਾਰਾ ਸ਼ਾਇਦ ਕੋਈ ਭੁੱਲ ਭੱਲ ਜਾਂਦਾ, ਤੁਸੀਂ ਦੁਬਾਰਾ। ਹੁਣ ਉਸ ਪੀਰੀਅਡ 'ਚ ਵੀ ਟਰੰਪ ਦੀ ਹਮਾਇਤ ਦੇ ਵਿੱਚ ਨਾਗਪੁਰ ਪੂਰੇ ਦਾ ਪੂਰਾ RSS, ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਟਰੰਪ ਨੇ, ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਵੀ ਜਿਹੜਾ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਗਿਆ, ਉਦੋਂ ਵੀ ਟਰੰਪ ਪ੍ਰੈਜ਼ੀਡੈਂਟ ਸੀ। ਇਹ ਕੀ ਕਹਾਣੀ ਹੈ ਇਨਸਾਈਡ ਤਾਂ ਕਦੇ ਬਹੁਤ ਬਾਅਦ ਜਦੋਂ ਡੀਕਲਾਸੀਫਾਈ ਹੋਏ ਡਾਕੂਮੈਂਟ ਉਦੋਂ ਨਿਕਲੇਗਾ, ਕਿਉਂਕਿ ਟਰੰਪ ਜਦੋਂ ਇਮਰਾਨ ਖਾਨ ਨੂੰ ਮਿਲਦਾ ਹੈ ਐਜ਼ ਏ ਪ੍ਰਾਈਮ ਮਿਨਿਸਟਰ, ਇਮਰਾਨ ਖਾਨ ਆਉਂਦੇ ਨੇ ਤੇ ਇਮਰਾਨ ਖਾਨ ਦੀ ਤਾਰੀਫ 'ਚ ਵੀ ਤਾਰੀਫਾਂ ਦੇ ਪੁੱਲ ਬੰਨੇ ਹੋਏ ਨੇ, ਜਿਹਦੇ ਕਰਕੇ ਅੱਜ ਤੱਕ ਵੀ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਐਕਸਪੈਕਟ ਕਰਦੇ ਨੇ ਵੀ ਟਰੰਪ ਹੁਣ ਬਣਿਆ ਤੇ ਉਹ ਇਮਰਾਨ ਖਾਨ ਦੇ ਲਈ, ਉਹਨਾਂ ਦੀ ਰਿਹਾਈ ਦੇ ਲਈ ਕੋਈ ਨਾ ਕੁਛ ਕਰੇਗਾ। ਲੇਕਿਨ ਇਹ ਹੋ ਹੀ ਨਹੀਂ ਸਕਦਾ ਕਿ ਟਰੰਪ ਦੀ ਅਪਰੂਵਲ ਤੋਂ ਬਿਨਾਂ ਇੰਡੀਆ ਨੇ ਕਸ਼ਮੀਰ ਨੂੰ ਹੜੱਪ ਕੀਤਾ ਹੋਏ, ਆਰਟੀਕਲ 370 ਖਤਮ ਕਰਕੇ ਔਰ ਈਵਨ ਉਹਦਾ ਸਟੇਟ ਦਾ ਰੁਤਬਾ ਵੀ ਖਤਮ ਕੀਤਾ ਹੋਏ। ਸੋ ਇਸ ਲੈਵਲ ਦੀ ਅੰਡਰਸਟੈਂਡਿੰਗ ਵਾਲਾ ਜਿਹੜਾ ਸਾਰਾ ਪਾਰਟ ਉਹਨਾਂ ਨੂੰ RSS ਨੂੰ ਕੀ ਚਾਹੀਦਾ ਸੀ, ਉਹ ਤਾਂ ਪਹਿਲਾਂ ਤੋਂ ਹੀ ਜਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਹਮੇਸ਼ਾ ਹੀ ਕ੍ਰਿਟੀਕਲ ਰਹੇ, ਤਾਂ ਆਰਟੀਕਲ 370 ਦੇ ਵੀ ਔਰ ਅਦਰਵਾਈਜ਼ ਵੀ। ਔਰ ਉਦੋਂ ਤੋਂ ਉਹਨਾਂ ਨੇ ਉਹ ਚੜ੍ਹ ਮਚਾਈ ਹੋਈ ਹੈ ਜੀ ਕਿ ਪਾਕਿਸਤਾਨੀ ਕਬਜ਼ੇ ਵਾਲਾ ਜਿਹੜਾ ਕਸ਼ਮੀਰ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਉਹਨੂੰ ਵੀ ਅਸੀਂ ਲੈਣਾ, ਜਿਹੜਾ ਬੜੀ ਬੇਸ਼ਰਮੀ ਨਾਲ S ਜੈਸ਼ੰਕਰ ਅਜੇ ਵੀ ਦੁਹਰਾ ਰਿਹਾ। ਇਹਨਾਂ ਨੂੰ ਭੁੱਲ ਗਿਆ ਕਿ ਵੀ ਉਹ ਜ਼ਮਾਨੇ ਗਏ, ਵੀ ਇਹਨਾਂ ਨੇ ਦੇਖ ਲਿਆ ਉਹ ਸਾਰਾ ਪਾਰਟ। ਹੁਣ ਇਸ ਸਭ ਦੇ ਚਲਦਿਆਂ ਜਦੋਂ ਦੂਸਰੀ ਟਰਮ ਹੋਈ, ਮੋਦੀ ਨੇ ਕੋਸ਼ਿਸ਼ ਤਾਂ ਕੀਤੀ, S ਜੈਸ਼ੰਕਰ ਇੱਥੇ ਹਫਤਾ ਆ ਕੇ ਬੈਠਾ ਰਿਹਾ, ਇਨਵੀਟੇਸ਼ਨ ਮਿਲ ਜਾਏ। ਦੂਜਾ ਹੋਇਆ ਇੱਥੇ ਗੇੜਾ ਵੀ ਦੇ ਕੇ ਗਿਆ, ਅਗੇਨ ਹਿਊਮਿਲੇਸ਼ਨ ਤੇ ਹਿਊਮਿਲੀਏਸ਼ਨ। ਹੁਣ ਇਸ ਲਈ ਜਦੋਂ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਇਲੈਕਸ਼ਨ ਜਿੱਤੇ ਤੇ ਮੋਦੀ ਨੇ ਵੀ ਬੜਾ ਵਾਰਮ ਜਿਹੜਾ ਮੈਸੇਜ ਦਿੱਤਾ। ਔਰ ਰਾਮਦੇਵ ਇੱਕ ਉਹ ਫਰੋਡੀ ਹੈ, ਤੁਸੀਂ ਵੀ ਸੁੱਥਣ ਬਾਬਾ ਕਿਹਾ, ਇਸ ਲਈ ਕਿਸੇ ਨੂੰ ਹੈਰਾਨੀ ਨਾ ਹੋਏ ਵੀ ਇਹਦਾ ਨਾਂ ਪੰਥਕ ਹਲਕਿਆਂ 'ਚ ਸੁੱਥਣ ਬਾਬਾ ਹੀ ਹੈ, ਕਿਉਂਕਿ ਇਹ ਅੰਨਾ ਹਜ਼ਾਰੇ ਦੇ ਦਿੱਲੀ 'ਚ ਬਹਿਣ ਤੋਂ ਪਹਿਲਾਂ ਕਰਪਸ਼ਨ ਦੇ ਖਿਲਾਫ ਔਰ ਮੋਦੀ ਜੀ ਕਾਲਾ ਧਨ ਵਾਪਸ ਲਿਆਉਣਗੇ, ਔਰ ਦੂਜਾ ਇਹ ਵੀ ਉੱਥੇ ਵਰਤ ਰੱਖ ਕੇ ਬੈਠਾ ਸੀ। ਪੁਲਿਸ ਨੇ ਘੇਰਿਆ ਉਸ ਨੂੰ ਦੂਜੇ ਨੂੰ, ਔਰ ਜਿਉਂ ਹੀ ਅੱਧੀ ਰਾਤ ਉਹਨਾਂ ਨੇ ਜਿਹੜੀਆਂ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ ਤੇ ਇਹਨੇ ਸੁੱਥਣ ਪਾ ਕੇ, ਸੁੱਥਣ ਸੂਟ ਉੱਤੋਂ ਦੀ ਜਿਹੜਾ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਸਟੇਜ ਤੋਂ ਤਾਂ ਨਿਕਲ ਗਿਆ, ਥੱਲੇ ਕਿਸੇ ਨੂੰ ਸ਼ੱਕ ਪੈ ਗਿਆ ਹੁਣ ਇੰਨੀ ਲੰਮੀ ਦਾੜੀ ਕਿੱਥੇ ਲੁਕੇ ਉਹਦੇ 'ਚ ਘੁੰਡ ਦੇ ਵਿੱਚ। ਉਹਨਾਂ ਨੇ ਫੜਿਆ ਤੇ ਸਣੇ ਜਿਹੜਾ ਉਹ ਸੁੱਥਣ ਪਾਈ ਹੋਈ ਹੈ, ਤੇ ਉਦੋਂ ਤਾਂ ਨਾ ਇਹਦਾ ਸੁੱਥਣ ਬਾਬਾ ਪੈ ਗਿਆ। ਤੇ ਉਦੋਂ ਜਦੋਂ ਉਸ ਤੋਂ ਬਾਅਦ, ਕਿਉਂਕਿ ਉਹਦਾ ਕੋਵਾਰਡਿਸ ਦਾ ਉਹਦੀ ਜ਼ਾਹਰ ਹੋ ਗਈ, ਪਰ ਉਹ ਇਹ ਕਹਿਣ ਲੱਗ ਗਿਆ ਦੇਖੋ ਜੀ ਕ੍ਰਿਸ਼ਨ ਜੀ ਵੀ ਫਲਾਣੀ ਥਾਂ ਤੋਂ ਫਲਾਣੇ ਨਿਕਲੇ ਸੀ ਤੇ ਦੂਜੇ ਸੀ, ਪਰ ਉਦੋਂ ਦਾ ਇਹ ਸੁੱਥਣ ਬਾਬਾ ਹੈ, ਸਿਰੇ ਦਾ ਬੇਈਮਾਨ, ਸਿਰੇ ਦਾ ਫਰਾਡੀਆ ਜੀ। ਔਰ ਉਹ ਜਿਹੜਾ ਆਪਣਾ ਪਤੰਜਲੀ ਦੇ ਫਾਰਮੇਸੀ ਦੇ ਨਾਂ ਥੱਲੇ ਕਿਸ ਕਿਸਮ ਦੀਆਂ ਦਵਾਈਆਂ ਬਣਾਉਂਦਾ ਹੈ, ਵੇਚਦਾ ਹੈ, ਅਮਰੀਕਾ 'ਚ ਵੀ ਵੱਡੀ, ਔਰ ਹਿੰਦੂਤਵਾ ਦਾ ਐਂਬੈਸਡਰ। RSS ਦਾ 2014 'ਚ ਉਹਨੂੰ ਵੀ ਔਰ SS ਰਵੀ ਸ਼ੰਕਰ ਨੂੰ ਵੀ ਜਿਹੜਾ ਹੈ ਉਹ ਬ੍ਰਾਂਡ ਐਂਬੈਸਡਰ ਬਣਾਇਆ ਸੀ RSS ਨੇ। ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਲਗਾਤਾਰਤਾ ਨਾਲ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕਰਕੇ ਹਟੇ ਹਾਂ ਕਿ ਪਿਛਲੇ ਹਫਤੇ 'ਚ ਹੀ
3 ਵਾਰ ਭਾਰਤ ਨੂੰ ਰਗੜੇ ਦਿੱਤੇ ਨੇ। ਟੈਰਿਫ ਕਿੰਗ ਤੋਂ ਪਹਿਲਾਂ ਤੋਂ ਹੀ ਕਹਿ ਰਿਹਾ, ਉਹਨੇ ਕਿਹਾ ਜੀ ਮੈਂ ਐਕਸਪੋਜ਼ ਕਰਤਾ ਇਹਨਾਂ ਨੂੰ, ਔਰ ਹੁਣ ਇਹ ਮੰਨ ਗਏ ਨੇ ਜੋ ਕੁਝ ਬਿਲਕੁਲ ਵੇ ਡਾਊਨ ਟੈਰਿਫ ਲਾਉਣ ਤੋਂ। ਔਰ ਬਾਕੀਆਂ ਦਾ ਮੂੰਹ ਕੋਈ ਨਹੀਂ ਖੋਲ੍ਹ। ਦੇਖੋ ਅਸੀਂ ਕੈਨੇਡਾ ਦਾ ਜ਼ਿਕਰ ਕੀਤਾ, ਡਿਫਾਇੰਟ ਹੈ, ਮੈਕਸੀਕੋ ਨੇ ਵੀ ਬਰਾਬਰ ਦੀ ਗੱਲ ਕੀਤੀ, ਉਹਨੇ ਬੀਬੀ ਹੈ, ਉਹਨਾਂ ਹਾਲਾਂ ਉਹ ਵੀ ਜੂਇਸ਼ ਹੈ ਮੈਕਸੀਕਨ ਪ੍ਰਾਈਮ ਮਿਨਿਸਟਰ, ਪਰ ਉਹ ਕੋਈ ਗਿਵਨ ਨਹੀਂ ਕੀਤਾ। ਚਾਈਨਾ ਨੇ ਬਰਾਬਰ ਦੀ ਟੈਰਿਫ ਲਾਈ ਹੈ। ਯੂਰਪੀਅਨ ਯੂਨੀਅਨ ਦੇ ਜਿਵੇਂ ਅਸੀਂ ਦੇਖਿਆ ਵੀ ਫਰਾਂਸ ਔਰ ਦੂਸਰੇ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਆਪਣਾ ਕੋਈ, ਪਰ ਇਹ ਇੰਨੇ ਬੇਗੈਰਤ ਨੇ ਕਿ ਵੀ ਇੰਨਾ ਹੁਣ, ਔਰ ਇਹ ਉਹਨਾਂ ਦੇ ਹੀ ਲੋਕ ਕਹਿ ਰਹੇ ਨੇ ਜਿਹੜੇ ਥੋੜ੍ਹੇ ਬਹੁਤ ਕੋਈ ਗੈਰਤਮੰਦ ਨੇ ਕਿ ਮੋਦੀ ਜਾਂ ਦੂਜੇ ਤੁਸੀਂ ਕੋਈ ਜ਼ੁਬਾਨ ਤਾਂ ਖੋਲ੍ਹੋ ਕਿ ਕੀ ਹੈ। ਪਰ ਹੁਣ ਇਹ ਲੱਗਦਾ ਹੈ ਕਿ ਵੀ ਇਹਨੂੰ ਜਾਂ ਤਾਂ ਰਾਮਦੇਵ ਨੂੰ ਪਤਾ ਲੱਗ ਗਿਆ ਵੀ ਇਹਦੀਆਂ ਫਰਾਡ ਦਵਾਈਆਂ ਦੇ ਉੱਤੇ ਵੀ ਪਾਬੰਦੀ ਲੱਗਣ ਲੱਗੀ ਹੈ ਅਮਰੀਕਾ 'ਚ। ਜਿਵੇਂ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੀ ਤਾਂ ਦੂਜੀ ਗੱਲ ਹੋ ਹੀ ਰਹੀ ਹੈ, ਪਰ ਈਵਨ ਇਹ ਵੀ ਸਾਹਮਣੇ ਆਇਆ ਵੀ ਜੈਨਰਿਕ ਮੈਡੀਸਨਸ ਦੇ ਵਿੱਚ ਕੀ ਕਰਦੇ ਨੇ ਬੇਈਮਾਨੀ। ਹੁਣ ਉਹਨੇ ਅੱਜ ਜਿਹੜੀ, ਔਰ ਜਿਹੜਾ ਇਹਦਾ ਰਾਮਦੇਵ ਦਾ ਇੰਟਰਵਿਊ ਵੀ ਹੈ ਉਹ ANI ਔਰ IANS ਇਹ ਦੋਨੋਂ ਹੀ ਜਿਹੜੀਆਂ ਨਿਊਜ਼ ਏਜੰਸੀਜ਼ ਨੇ ਇਹ ਰਾਹ ਦੀਆਂ ਨੇ ਮਾਊਥ ਪੀਸ, ਔਰ ਫਿਰ ਜਿਹੜੀਆਂ ਇਹਦੇ 'ਤੇ ਇੰਟਰਵਿਊ ਆਉਂਦਾ ਬਾਕੀ ਸਾਰਿਆਂ 'ਤੇ ਚੱਲਦਾ। ਔਰ ਉਹਨੇ ਲੰਬਾ ਚੌੜਾ ਅੱਜ ਟਰੰਪ ਨੂੰ ਉਹਨੇ ਜਿਹੜਾ ਉਹ ਟੈਰਿਫ ਟੈਰਰਿਜ਼ਮ ਜਾਂ ਇਕਨੋਮਿਕਲ ਟੈਰਰਿਜ਼ਮ ਇਹ ਕਰਨ ਵਾਲਾ ਬੰਦਾ ਕਿਹਾ। ਔਰ ਅਸੀਂ ਦੱਸਾਂਗੇ ਕਿ ਨਵੰਬਰ 'ਚ ਜਦੋਂ ਟਰੰਪ ਜਿੱਤਦਾ ਉਦੋਂ ਰਾਮਦੇਵ ਨੇ ਸਨਾਤਨ ਧਰਮਾਂ ਦਾ ਸਪੋਰਟਰ ਤੇ ਕੀ ਵਿਸ਼ੇਸ਼ਣ ਜਿਹੜੇ ਸੀ ਦਿੱਤੇ। ਹੁਣ ਜਿਹੜੀ ਇਹਨਾਂ ਦੇ ਹਿੰਦੁਸਤਾਨ ਟਾਈਮਸ ਨਿਊਜ਼ ਡੈਸਕ ਤੋਂ ਲੈ ਕੇ ਮਿੰਟ, ਇੰਡੀਅਨ ਐਕਸਪ੍ਰੈਸ ਸਾਰਿਆਂ ਨੇ, ਕਿਉਂਕਿ ANI ਦੀ ਨਿਊਜ਼ ਹੈ, ਟੈਰਿਫ ਟੈਰਰਿਜ਼ਮ ਬਾਬਾ ਰਾਮਦੇਵ ਸਲੈਮਸ ਡੋਨਲਡ ਟਰੰਪ ਐਮਿਡ ਟ੍ਰੇਡ ਵਾਰ ਫੀਅਰ, ਕਿ ਉਹਨੇ ਸਲੈਮ ਕੀਤਾ ਟਰੰਪ ਨੂੰ। ਔਰ ਇਹ ਉਹਨੇ ਕਿਹਾ ਕਿ ਵੀ ਇੰਡੀਆ ਨੂੰ ਬਹੁਤ ਡਿਵੈਲਪ ਹੋਣ ਦੀ ਲੋੜ ਹੈ ਤਾਂ ਕਿ ਜਿਹੜੇ ਤਾਕਤਵਰ ਮੁਲਕ ਨੇ ਉਹ ਦੁਨੀਆ ਨੂੰ ਡਿਸਟਰਕਸ਼ਨ ਵੱਲ ਨਾ ਲੈ ਕੇ ਜਾਣ। ਔਰ ਉਸ ਦੇ ਉੱਤੇ ਉਹਨੇ ਕਿਹਾ ਕਿ ਵੀ US ਪ੍ਰੈਜ਼ੀਡੈਂਟ ਜਿਹੜਾ ਰੈਸੀਪ੍ਰੋਕਲ ਟੈਰਿਫਸ ਬਾਕੀ ਮੁਲਕਾਂ ਦੇ ਲਾਉਣ ਦੀ ਗੱਲ ਕਰ ਰਿਹਾ, ਹੀ ਇਜ਼ ਬੁਲਿੰਗ ਦਾ ਪੂਅਰ and developing nations by unleashing a new era of intellectual colonialism। ਉਹ ਲਿਖ ਕੇ ਦਿੱਤੀ ਆ ਉਹਨਾਂ ਨੇ, ਰਾਹ ਵਾਲਿਆਂ ਨੇ ਸਟੇਟਮੈਂਟ ਕਿ ਵੀ ਇੱਕ ਨਵਾਂ ਕੋਲੋਨੀਅਲਿਜ਼ਮ ਖੜਾ, ਬਸਤੀਵਾਦ ਆ ਗਿਆ, ਇੰਟੈਲੈਕਚੁਅਲ ਕੋਲੋਨੀਅਲਿਜ਼ਮ ਹੈ। ਉਹ ਕਹਿੰਦਾ ਜੀ ਇਹ ਨਵਾਂ ਯੁੱਗ ਆ ਗਿਆ ਇੰਟੈਲੈਕਚੁਅਲ ਕੋਲੋਨੀਅਲਾਈਜੇਸ਼ਨ ਦਾ। Amid this, ever since Donald Trump rose to power, he created a new world record of tariff terrorism। ਕਿ ਟਰੰਪ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਟੈਰਿਫ ਦਹਿਸ਼ਤਗਰਦੀ ਦਾ। ਹੀ ਇਜ਼ ਟੇਕਿੰਗ ਦਾ ਵਰਲਡ ਟੂ ਏ ਡਿਫਰੈਂਟ ਈਰਾ, ਉਹ ਦੁਨੀਆ ਨੂੰ ਕਿਸੇ ਹੋਰ ਹੀ ਯੁੱਗ 'ਚ ਲਿਜਾ ਰਿਹਾ। ਇਸ ਪੀਰੀਅਡ 'ਚ ਇੰਡੀਆ ਨੂੰ ਆਪਣੇ ਆਪ ਨੂੰ ਡਿਵੈਲਪ ਕਰਨ ਦੀ ਲੋੜ ਹੈ। ਸਾਰੇ ਭਾਰਤੀ ਇਕੱਠੇ ਹੋ ਕੇ ਇਕੱਠੇ ਹੋ ਜਾਣ, ਇੱਕ ਸਟਰੋਂਗ ਮੁਲਕ ਬਣਾਉਣ, ਔਰ ਇਹ ਐਂਡ ਆਨਸਰ ਆਲ ਦੀਜ਼ ਡਿਸਟਰਕਟਿਵ ਪਾਵਰਸ, ਇਹ ਜਿਹੜੀਆਂ ਵਿਨਾਸ਼ਕਾਰੀ ਤਾਕਤਾਂ ਨੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ। ਔਰ ਉਹਨਾਂ ਨੇ ਕਿਹਾ ਵੀ ਇਸ ਖਤਰਨਾਕ ਮੌਕੇ ਦੇ ਉੱਤੇ ਜਿਹੜਾ ਹੈ ਉਹ ਟਰੰਪ ਦੁਨੀਆ ਨੂੰ ਤਬਾਹੀ ਵੱਲ ਲਿਜਾ ਰਿਹਾ ਹੈ। ਉਹਨੇ ਟਰੰਪ ਨੇ ਟੈਰਿਫ ਨੂੰ ਹਰ ਘਰ ਦਾ ਘਰੇਲੂ ਲਫ਼ਜ਼ ਬਣਾ ਦਿੱਤਾ ਹੈ। ਇਹ ਔਰ ਇਹ ਸਾਰੇ ਦੇ ਚੱਲਦਿਆਂ 2 ਮਹੀਨੇ ਦੇ ਵਿੱਚ ਹੀ ਜਿਹੜਾ ਟਰੰਪ ਨੇ ਉਹਨੇ ਹੈਫਟੀ ਇੰਪੋਰਟ ਟੈਕਸਿਸ ਤੇ ਫਲਾਣੇ ਟਮਕੇ ਲਾਏ ਨੇ। ਔਰ ਇਹ ਸਾਰੇ ਦੇ ਉੱਤੇ ਰਾਮਦੇਵ ਨੇ ਇਸ ਨੂੰ ਹੋਰ ਵੀ ਉਹਨਾਂ ਨੇ ਕਿਹਾ, ਬਟ ਇਹ ਉਹਦਾ ਕਰਕਸ ਹੈ। ਹੁਣ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਹਨਾਂ ਦੇ ਬਦਲਦੇ ਰੰਗ ਕਿਵੇਂ ਨੇ। ਈਵਨ ਟਾਈਮਜ਼ ਆਫ ਇੰਡੀਆ ਨੇ ਹੈਡਲਾਈਨ ਲਾਈ, ਇਕਨੋਮਿਕ ਟੈਰਰਿਜ਼ਮ ਬਾਬਾ ਰਾਮਦੇਵ ਔਨ ਡੋਨਲਡ ਟਰੰਪਸ ਟੈਰਿਫ ਥ੍ਰੈਟ। ਔਰ ਇਹ ਜਿਹੜੀ ਹੁਣ ਨਵੰਬਰ 8 ਨੂੰ ਜਦੋਂ ਕਿ ਟਰੰਪ ਦੀ ਜਿੱਤ ਅਨਾਊਂਸ ਹੋਈ ਤਾਂ ਰਾਮਦੇਵ ਜੀ ਨੇ ਕੀ ਫਰਮਾਇਆ, ਹੈਡਲਾਈਨ ਲਾਈ ਹੋਈ ਹੈ, ANI ਨੂੰ ਇੰਟਰਵਿਊ ਦਿੱਤਾ ਸੀ। ਡੋਨਲਡ ਟਰੰਪ ਇਜ਼ ਏ ਸਨਾਤਨ ਸਪੋਰਟਰ, ਲਵਜ਼ ਇੰਡੀਆ, ਯੋਗਾ ਗੁਰੂ ਬਾਬਾ ਰਾਮਦੇਵ। ਉਹ ਕਹਿੰਦਾ ਜੀ ਵੀ ਉਹ ਤਾਂ ਸਨਾਤਨ ਦਾ ਹਿਮਾਇਤੀ ਹੈ। ਹਰਿਦੁਆਰ 'ਚ ਉਹਨੇ ਇਹ ਇੰਟਰਵਿਊ ਦਿੱਤਾ। ਯੋਗਾ ਗੁਰੂ ਨੇ ਕੰਗ੍ਰੈਚੁਲੇਟ ਕੀਤਾ ਡੋਨਲਡ ਟਰੰਪ ਨੂੰ ਉਹਦੇ ਦੁਬਾਰਾ ਚੁਣੇ ਜਾਣ 'ਤੇ, ਉਹਨੂੰ ਸਨਾਤਨ ਸਪੋਰਟਰ ਕਿਹਾ ਅਤੇ ਲਵਰ ਆਫ ਇੰਡੀਆ ਕਿਹਾ। ਉਹਨੇ ਟਰੰਪ ਦੀ ਅਮਰੀਕਾ ਫਸਟ ਪਾਲਿਸੀ ਦੀ ਬਹੁਤ ਤਾਰੀਫ ਕੀਤੀ। ਉਹਨਾਂ ਨੇ ਕਿਹਾ ਵੀ ਇਹੀ ਤਾਂ ਅਸੀਂ ਕਹਿੰਦੇ ਹਾਂ ਇੰਡੀਅਨ ਨੈਸ਼ਨਲਿਜ਼ਮ ਭਾਰਤੀ ਹੈ, ਇਹੀ ਟਰੰਪ ਦੀ ਹੈ। ਉਹ ਇਸੇ ਚੀਜ਼ 'ਚ ਅਲਾਈਨਮੈਂਟ 'ਚ ਯਕੀਨ ਕਰਦਾ ਜੋ ਭਾਰਤ ਕਰਦਾ। ਔਰ ਉਹਨੇ ਜਿਹੜਾ ਇਸ ਦੇ ਉੱਤੇ ਕਿਹਾ ਵੀ ਜਿਸ ਡੋਨਲਡ ਟਰੰਪ ਜਿਹੜਾ ਸਨਾਤਨ ਸਪੋਰਟਰ ਹੈ, ਇੰਡੀਆ ਨੂੰ ਪਿਆਰ ਕਰਦਾ ਹੈ, ਜਿਵੇਂ ਅਸੀਂ ਨੈਸ਼ਨਲਿਜ਼ਮ ਨੂੰ ਬਹੁਤ ਜ਼ਰੂਰੀ ਸਮਝਦੇ ਹਾਂ ਐਵੇਂ ਟਰੰਪ ਵੀ ਸਮਝਦਾ ਅਮਰੀਕਾ ਦੇ ਲਈ।
ਔਰ ਇਹ ਇਸ ਵੇਲੇ ਦੁਨੀਆ 'ਚ ਨੈਸ਼ਨਲਿਜ਼ਮ ਦਾ ਵਰਡ ਹੀ ਜਿਹੜਾ ਹੈ ਇਹ ਲੀਡ ਕਰ ਰਿਹਾ ਸਾਰਿਆਂ ਪਾਸਿਆਂ ਨੂੰ ਕਿ ਨੇਸ਼ਨ ਫਸਟ ਬਣਾਉਣਾ ਚਾਹੀਦਾ ਹੈ। ਔਰ ਇਹ ਨਵਾਂ ਯੁੱਗ ਨੈਸ਼ਨਲਿਜ਼ਮ ਦਾ, ਰਾਸ਼ਟਰਵਾਦ ਦਾ ਸ਼ੁਰੂ ਹੋ ਚੁੱਕਾ ਹੈ। ਅਸੀਂ ਟਰੰਪ ਨੂੰ ਕੰਗ੍ਰੈਚੁਲੇਟ ਕਰਦੇ ਹਾਂ ਫॉर ਹਿਜ਼ ਆਈਡੀਓਲੋਜੀ ਆਫ ਅਮਰੀਕਾ ਫਸਟ, ਇਸ ਵਿਚਾਰਧਾਰਾ ਦੇ ਲਈ। ਔਰ देयर विल बी ए न्यू ਬਿਗਨਿੰਗ ਆਫ ਦਾ ਰਿਲੇਸ਼ਨਸ ਬਿਟਵੀਨ ਇੰਡੀਆ ਐਂਡ USA ਬਿਕੋਜ਼ ਆਫ ਟਰੰਪ। ਟਰੰਪ ਦੇ ਆਉਣ ਨਾਲ ਹੁਣ ਭਾਰਤ ਔਰ ਅਮਰੀਕਾ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਏਗਾ। ਫਿਰ ਇਸੇ ਤਰ੍ਹਾਂ ਮੋਦੀ ਜੀ ਨੇ ਵੀ ਬਹੁਤ ਵਧਾਈਆਂ ਦਿੱਤੀਆਂ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਦੀ ਰੀਸਾਊਂਡਿੰਗ ਵਿਕਟਰੀ ਹੈ ਟਰੰਪ ਦੀ, ਇਹ ਦੱਸਦੀ ਹੈ ਕਿ ਕਿਵੇਂ ਅਮਰੀਕਨ ਲੋਕ ਟਰੰਪ ਦੀ ਲੀਡਰਸ਼ਿਪ 'ਚ ਯਕੀਨ ਕਰਦੇ ਨੇ। ਔਰ ਮੋਦੀ ਨੇ ਕਿਹਾ ਕਿ ਮੈਂ ਤਾਂ ਉੱਥੇ ਹਾਊਡੀ ਮੋਡੀ ਇਵੈਂਟਸ ਵੀ ਹਿਊਸਟਨ 'ਚ ਜਿਹੜੀ ਸਪਟੈਂਬਰ 2019 'ਚ ਹੋਈ, ਫਿਰ ਨਮਸਤੇ ਟਰੰਪ ਇਵੈਂਟ ਅਹਿਮਦਾਬਾਦ 'ਚ ਹੋਈ। ਅਸੀਂ ਸਾਡੀਆਂ ਤਾਂ ਯਾਰੀਆਂ ਜਿਹੜੀਆਂ ਨੇ ਉਹ ਬਹੁਤ ਪੱਕੀਆਂ ਨੇ ਔਰ ਇਹ ਹੁਣ ਯਾਰੀਆਂ ਦਾ ਫਰੂਟ ਨਿਕਲੇਗਾ ਔਰ ਅਮਰੀਕਾ ਔਰ ਭਾਰਤ ਬਹੁਤ ਨੇੜੇ ਆਣਗੇ। ਹੁਣ ਤੁਸੀਂ ਇਹ ਨਵੰਬਰ ਦੀ ਪਹਿਲੇ ਹਫਤੇ ਦੀ ਇਹ ਸਟੇਟਮੈਂਟ ਹੈ ਕਿ ਟਰੰਪ ਲਵਰ ਆਫ ਸਨਾਤਨ ਧਰਮਾ ਐਂਡ ਇੰਡੀਆ ਔਰ ਇਧਰ ਟਰੰਪ ਲੀਡਿੰਗ ਵਰਲਡ ਟੂ ਡਿਸਟਰਕਸ਼ਨ, ਟੈਰਿਫ ਟੈਰਰਿਜ਼ਮ ਔਰ ਭਾਰਤੀ ਸਾਰੇ ਇਕੱਠੇ ਹੋ ਜਾਓ। ਇਕੱਠੇ ਤਾਂ ਚਲੋ ਤੁਸੀਂ ਕੀ ਹੋਵੋਗੇ, ਜ਼ਬਾਨ ਹੀ ਖੋਲੋ ਘੱਟੋ ਘੱਟ। ਇਹ ਹੁਣ ਇਹ ਜਿੱਦਣ ਰਾਮਦੇਵ ਦਾ ਉਹ ਸਾਰਾ ਕੰਟੇਨਰ ਇੱਥੋਂ ਵਾਪਸ ਮੋੜਿਆ ਫਰਾਡੀਆ ਦਵਾਈਆਂ, ਜਾਂ ਉਹਨੂੰ ਪਤਾ ਲੱਗ ਗਿਆ ਕਿ ਵੀ ਅਦਰਵਾਈਜ਼ ਉਹਦੀ ਮਾਰਕੀਟ ਇੱਥੇ ਵੀ ਆ, ਮੈਨੂੰ ਲੱਗਦਾ ਵੀ ਪਹਿਲਾਂ ਹੀ ਉਹਨੂੰ ਖਬਰ ਮਿਲ ਗਈ ਹੈ ਤਾਂ ਉਹਨੇ ਕਿਹਾ ਵੀ ਚਲੋ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਹੋ ਜਾਓ। ਉਹ ਗੱਲ ਹੈ ਜੀ ਡਾਕਟਰ ਸਾਹਿਬ, ਸੁੱਥਣ ਬਾਬੇ ਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਪਿਓਰ ਚ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।